नमस्ते बच्चियों, स्वागत है ਤੁਹਾਡਾ ਜਮਾਤ 9ਵੀਂ ਦੇ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੁਹਾਡੀ ਪੁਸਤਕ ਸਾਹਿਤ ਮਾਲਾ ਦੇ ਵਿੱਚੋਂ ਧਨੀ ਰਾਮ ਚਾਤ੍ਰਿਕ ਜੀ ਦੇ ਲਿਖੀ ਹੋਈ ਕਵਿਤਾ ਵਹਿੰਦਾ ਚਾਹੇ ਵਿਸਾਖੀ ਦਾ ਮੇਲਾ ਅਤੇ ਜੀਵਨ ਜੋਤ। ਲੇਕਿਨ ਉਸ ਤੋਂ ਪਹਿਲਾਂ ਕਵੀ ਬਾਰੇ ਥੋੜੀ ਜਿਹੀ ਜਾਣ ਪਹਿਚਾਣ ਕਰ ਲੈਂਦੇ ਹਾਂ। ਧਨੀ ਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪਊਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪੱਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੋਇਆ ਨਾਲ ਲਾਲਾ ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਆਧੁਨਿਕ ਸ਼ਿਰੋਮਣੀ ਕਵੀਆਂ ਵਿੱਚੋਂ ਸਨ। ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਹੀ ਬਿਤਾਇਆ। ਆਪ ਨੇ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕੀਤੀ। ਆਪ ਦੀਆਂ ਸਾਹਿਤਕ ਰਚਨਾਵਾਂ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ ਬਾਦਸ਼ਾਹ ਬੇਗਮ, ਭਰਤਰੀ ਹਰੀ, ਨਲ ਦਮਯੰਤੀ ਆਦਿ ਹਨ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਫੁੱਟ ਪੈਂਦਾ ਹੈ। ਆਪ ਦੀ ਭਾਸ਼ਾ ਬਹੁਤ ਸਰਲ ਤੇ ਠੇਠ ਪੰਜਾਬੀ ਹੈ। ਤੇ ਚਲੋ ਵਿੱਚੋਂ ਕਰਦੇ ਹਾਂ ਪਹਿਲਾਂ ਦੀ ਕਵਿਤਾ ਵਹਿੰਦਾ ਚਾਹੇ। ਉੱਤਰ ਪਹਾੜੋਂ ਟਿਕਦਾ ਢਹਿੰਦਾ, ਚੱਕਰ ਖਾਂਦਾ ਥੱਪੇ ਸਹਿੰਦਾ, ਨਾਲ ਚਟਾਨਾ ਖਹਿੰਦਾ ਖਹਿੰਦਾ, ਨੀਰ ਨਦੀ ਦਾ ਵਹਿੰਦਾ ਜਾਏ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਕਾਵ ਟੋਟਾ ਹੈ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਹਿੰਦਾ ਚਾਹੇ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਨਦੀ ਦੇ ਪਾਣੀ ਦੇ ਪਹਾੜਾਂ ਤੋਂ ਲੈਣ ਮਗਰੋਂ ਮੈਦਾਨਾਂ ਵਿੱਚੋਂ ਵਹਿ ਕੇ ਸਮੁੰਦਰ ਨਾਲ ਮਿਲਣ ਅਤੇ ਉੱਥੇ ਫਿਰ ਬੱਦਲਾਂ ਦੇ ਰੂਪ ਵਿੱਚ ਉੱਡ ਕੇ ਪਹਾੜਾਂ ਉੱਤੇ ਮੀਂਹ ਦੇ ਰੂਪ ਵਿੱਚ ਵਰਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਤੇ ਫਿਰ ਮਿਲਣ ਦੇ ਰਹੱਸ ਨੂੰ ਪੇਸ਼ ਕੀਤਾ ਹੈ। ਚਾਤ੍ਰਿਕ ਕਹਿੰਦਾ ਹੈ ਕਿ ਨਦੀ ਦਾ ਪਾਣੀ ਪਹਾੜ ਤੋਂ ਲੈਂਦਾ ਹੈ। ਕਿੱਥੋਂ ਲੈਂਦਾ ਹੈ? ਉੱਤਰ ਪਹਾੜੋਂ ਡਿੱਗਦਾ ਢਹਿੰਦਾ। ਇਹ ਨਦੀ ਦਾ ਪਾਣੀ ਪਹਾੜ ਤੋਂ ਲੈਂਦਾ ਆ ਰਿਹਾ ਹੈ। ਚੱਕਰ ਖਾਂਦਾ ਥੱਪੇ ਸਹਿੰਦਾ, ਤੇ ਇਹ ਪਾਣੀ ਡਿੱਗਦਾ ਢਹਿੰਦਾ ਚੱਕਰ ਖਾਂਦਾ, ਠੀਕ ਹੈ, ਤੇ ਥੱਪੇ ਸਹਿੰਦਾ ਤੇ ਚਟਾਨਾਂ ਨਾਲ ਖਹਿੰਦਾ ਹੋਇਆ ਹੇਠਾਂ ਉਤਰਦਾ ਹੈ। ਨਾਲ ਚਟਾਨਾਂ ਖਹਿੰਦਾ ਖਹਿੰਦਾ ਨੀਰ ਨਦੀ ਦਾ ਵਹਿੰਦਾ ਜਾਏ। ਇਸ ਤਰ੍ਹਾਂ ਇਹ ਪਹਾੜ ਤੋਂ ਉਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਵਹਿੰਦਾ ਜਾਂਦਾ ਹੈ। ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾਂ, ਪੰਧ ਤੇਰਾ ਹੈ ਲੰਮਾ ਸਾਰਾ, ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦੇ ਹਨ ਕਿ ਆਪਣੇ ਰਸਤੇ ਉੱਤੇ ਤੁਰਦਾ ਹੋਇਆ ਅਸਮਾਨ ਦਾ ਤਾਰਾ ਨਦੀ ਦੀਆਂ ਲਹਿਰਾਂ ਵਿੱਚ ਝਲਕਾਰੇ ਮਾਰਦਾ ਹੋਇਆ ਆਖਦਾ ਹੈ। ਲਹਿਰਾਂ ਵਿੱਚ ਪਾਪਾ ਝਲਕਾਰਾ ਮਤਲਬ ਨਦੀ ਦੇ ਵਿੱਚ ਜਿਹੜੀਆਂ ਨਦੀ ਦੀਆਂ ਲਹਿਰਾਂ ਹੈ ਉਹਨਾਂ ਵਿੱਚ ਝਲਕਾਰਾ ਪਾਉਂਦਾ ਹੋਇਆ ਆਖਦਾ ਹੈ, ਪੰਧ ਤੇਰਾ ਹੈ ਲੰਮਾ ਸਾਰਾ, ਕਿ ਤੇਰਾ ਪੰਧ ਯਾਨੀ ਕਿ ਰਸਤਾ ਮੇਰੇ ਰਸਤੇ ਵਾਂਗ ਹੀ ਬਹੁਤ ਲੰਮਾ ਹੈ। ਤੇ ਨਾਲ ਹੀ ਕਹਿੰਦਾ ਹੈ ਕਿ ਹੇ ਪਾਣੀ ਚੱਲ 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 ਕਹਿੰਦਾ ਜਾਏ, ਕਿ ਅੱਗੇ ਹੀ ਅੱਗੇ ਤੁਰਦਾ ਜਾ, ਤਾਂ ਹੀ ਤੇਰਾ ਰਸਤਾ ਜਿਹੜਾ ਹੈ ਉਹ ਮੁੱਕੇਗਾ। ਇਸ ਚੇਤਾਵਨੀ ਨੂੰ ਸੁਣਦਾ ਹੋਇਆ ਨਦੀ ਦਾ ਪਾਣੀ ਜਿਹੜਾ ਹੈ ਉਹ ਅੱਗੇ ਹੀ ਅੱਗੇ ਵਹਿੰਦਾ ਜਾ ਰਿਹਾ ਹੈ। ਨਾਲ ਸਮੁੰਦਰ ਸ਼ਾਕਾਹਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ, ਖਾ ਗਰਮੀ ਅਸਮਾਨੇ ਚੜ੍ਹਿਆ, ਮੁੜ ਪਹਾੜ ਤੇ ਬਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੇ ਸਮੁੰਦਰ ਦੇ ਪਾਣੀ ਨਾਲ ਰਿਸ਼ਤੇਦਾਰੀ ਹੈ। ਸਾਕਾਦਾਰੀ ਮੀਨਸ ਕਿ ਰਿਸ਼ਤੇਦਾਰੀ ਹੋਣਾ। ਵਿਛੜੇ ਮਿਲੇ ਹਜ਼ਾਰਾਂ ਵਾਰੀ, ਤੇ ਨਦੀ ਦਾ ਪਾਣੀ ਹਜ਼ਾਰਾਂ ਵਾਰ ਸਮੁੰਦਰ ਨਾਲ ਜਾ ਕੇ ਮਿਲਦਾ ਹੈ। ਉੱਥੋਂ ਸੂਰਜ ਦੀ ਗਰਮੀ ਨਾਲ ਇਹ ਭਾਫ ਬਣ ਕੇ ਉੱਠ ਜਾਂਦਾ ਹੈ। ਫਿਰ ਇਹ ਉੱਤੇ ਜਾ ਕੇ ਠੰਡਾ ਹੁੰਦਾ ਹੈ ਬੱਦਲਾਂ ਦੇ ਰੂਪ ਦੇ ਵਿੱਚ। ਫਿਰ ਇਹ ਮੁੜ ਪਹਾੜ ਨਾਲ ਟਕਰਾਉਂਦਾ ਹੈ ਤੇ ਫਿਰ ਜ਼ਮੀਨ ਤੇ ਆ ਕੇ ਬਹਿਣ ਲੱਗ ਜਾਂਦਾ ਹੈ। ਨੀਰ ਨਦੀ ਦਾ ਵਹਿੰਦਾ ਜਾਏ ਤਾਂ ਇਸ ਤਰ੍ਹਾਂ ਜਿਹੜਾ ਨਦੀ ਦਾ ਪਾਣੀ ਹੈ ਉਹ ਵਹਿੰਦਾ ਹੀ ਜਾ ਰਿਹਾ ਹੈ। ਆਣਾ ਜਾਣਾ ਫੇਰੇ ਪਾਉਣਾ,
ਤੁਰਿਆ ਰਹਿਣਾ ਅੱਖ ਨਾ ਲਾਣਾ, ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜ੍ਹਦਾ ਲਹਿੰਦਾ ਜਾਏ, ਨੇਰ ਨਦੀ ਦਾ ਵਹਿੰਦਾ ਜਾਏ। ਹੁਣ ਇਸ ਵਿੱਚ ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜ ਤੋਂ ਸਮੁੰਦਰ ਵੱਲ ਆਉਣਾ, ਆਣਾ ਜਾਣਾ, ਫੇਰੇ ਪਾਉਣਾ। ਠੀਕ ਹੈ, ਪਹਾੜ ਤੋਂ ਸਮੁੰਦਰ ਵੱਲ ਆਉਣਾ ਜਾਣਾ ਤੇ ਇਸ ਤਰ੍ਹਾਂ ਮੁੜ ਮੁੜ ਫੇਰੇ ਪਾਉਣਾ ਹੈ। ਇਹ ਚੱਲਦਾ ਰਹਿੰਦਾ ਹੈ ਤੇ ਜ਼ਰਾ ਵੀ ਆਰਾਮ ਨਹੀਂ ਕਰਦਾ। ਤੁਰਿਆ ਰਹਿਣਾ ਅੱਖ ਨਾ ਲਾਣਾ, ਅੱਖ ਨਾ ਲਾਣਾ ਮੀਨਸ ਆਰਾਮ ਨਹੀਂ ਕਰਦਾ, ਇਹ ਹਮੇਸ਼ਾ ਹੀ ਤੁਰਿਆ ਰਹਿੰਦਾ ਹੈ। ਹੁਕਮਾਂ ਅੰਦਰ ਵਾਂਗ ਫੁਹਾਰੇ, ਤੇ ਇਹ ਆਪਣੇ ਮਾਲਕ ਦੇ ਹੁਕਮ ਵਿੱਚ ਬੱਚਾ ਫੁਹਾਰੇ ਵਾਂਗ ਚੜ੍ਹਦਾ ਤੇ ਲਹਿੰਦਾ ਰਹਿੰਦਾ ਹੈ। ਮੁੜ ਮੁੜ ਚੜ੍ਹਦਾ ਲਹਿੰਦਾ ਜਾਏ, ਇਹ ਮੁੜ ਮੁੜ ਚੜ੍ਹਦਾ ਹੈ ਤੇ ਫਿਰ ਲਹਿ ਜਾਂਦਾ ਹੈ। ਤੇ ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਹੀ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ ਦਾ ਹਾਲ ਹੀ ਮਨੁੱਖੀ ਜੀਵਨ ਦੇ ਵਿੱਚ ਵੀ ਹੈ। ਮਨੁੱਖੀ ਜੀਵਨ ਦੇ ਵਿੱਚ ਵੀ ਬਹੁਤ ਸਾਰੇ ਉਤਾਰ ਚੜਾਅ ਆਉਂਦੇ ਰਹਿੰਦੇ ਹੈ, ਲੇਕਿਨ ਜੀਵਨ ਫਿਰ ਵੀ ਚੱਲਦਾ ਹੀ ਰਹਿੰਦਾ ਹੈ। ਸਾਨੂੰ ਜੋ ਵੀ ਉਤਾਰ ਚੜਾਅ ਆਉਂਦੇ ਹਨ ਉਸ ਵਿੱਚ ਈਸ਼ਵਰ ਦੀ ਜਿਹੜੀ ਮਰਜ਼ੀ ਹੈ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਉਸ ਦੇ ਭਾਨੇ ਨੂੰ ਆਪਣਾ ਭਾਨਾ ਸਮਝ ਕੇ ਜਿਹੜਾ ਹੈ ਸਾਨੂੰ ਆਪਣੀ ਲਾਈਫ ਜਿਹੜੀ ਹੈ ਉਸ ਨੂੰ ਅੱਗੇ ਹੀ ਅੱਗੇ ਉਸ ਵੱਲ ਵੱਧਦੇ ਜਾਣਾ ਚਾਹੀਦਾ ਹੈ। ਤਾਂ ਬੱਚੋ ਇਹਦਾ ਅੰਤਰੀ ਭਾਵ ਹੋਇਆ ਕਿ ਨਦੀ ਦਾ ਪਾਣੀ ਪਹਾੜਾਂ ਤੋਂ ਡਿੱਗਦਾ ਢਹਿੰਦਾ, ਚੱਕਰ ਖਾਂਦਾ ਤੇ ਧੱਪੇ ਸਹਿੰਦਾ ਹੋਇਆ ਹੇਠਾਂ ਉਤਰ ਕੇ ਮੈਦਾਨਾਂ ਵਿੱਚੋਂ ਲਗਾਤਾਰ ਵਹਿੰਦਾ ਹੋਇਆ ਆਪਣੇ ਰਿਸ਼ਤੇਦਾਰ ਸਮੁੰਦਰ ਨੂੰ ਜਾ ਮਿਲਦਾ ਹੈ। ਉੱਤੇ ਫੇਰ ਸੂਰਜ ਦੀ ਗਰਮੀ ਨਾਲ ਭਾਫ ਦਾ ਬੱਦਲ ਬਣ ਕੇ ਅਸਮਾਨ ਉੱਤੇ ਜਾ ਚੜ੍ਹਦਾ ਹੈ ਤੇ ਪਹਾੜ ਤੇ ਜਾ ਵਰਦਾ ਹੈ। ਉੱਥੋਂ ਫਿਰ ਮਾਲਿਕ ਦੇ ਹੁਕਮ ਦਾ ਬੱਧਾ ਨਦੀ ਦੇ ਰੂਪ ਵਿੱਚ ਬਹਿ ਤੁਰਦਾ ਹੈ ਤੇ ਆਉਣ ਜਾਣ ਦੇ ਘੇੜ ਵਿੱਚ ਪਿਆ ਰਹਿੰਦਾ ਹੈ। ਕੁਝ ਅਜਿਹੀ ਹਾਲਤ ਹੀ ਮਨੁੱਖੀ ਜੀਵਨ ਦੀ ਹੀ ਹੁੰਦੀ ਹੈ। ਤਾਂ ਇੱਕ ਵਾਰੀ ਆਪਾਂ ਇਸ ਦੇ ਵਿੱਚ ਆਏ ਮੇਨ ਪੁਆਇੰਟਸ ਡਿਸਕਸ ਕਰ ਲੈਂਦੇ ਹਾਂ। ਤਾਂ ਵਹਿੰਦਾ ਜਾਏ ਕਵਿਤਾ ਬੱਚੋਂ ਕਿਹਦੀ ਲਿਖੀ ਹੋਈ ਹੈ? ਇਹ ਲਿਖੀ ਹੋਈ ਹੈ ਧਨੀ ਰਾਮ ਚਾਤ੍ਰਿਕ ਜੀ ਦੀ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਕੌਣ ਵਹਿੰਦਾ ਜਾ ਰਿਹਾ ਹੈ? ਤਾਂ ਆਪਾਂ ਹੁਣੇ ਕੀਤਾ ਨਦੀ ਦਾ ਪਾਣੀ। ਕਵੀ ਨੇ ਵਹਿੰਦਾ ਜਾਏ ਕਵਿਤਾ ਵਿੱਚ ਮਨੁੱਖ ਦਾ ਕਿਸ ਵਿਚੜਨ ਤੇ ਫਿਰ ਮਿਲਣ ਦਾ ਰਹੱਸ ਪੇਸ਼ ਕੀਤਾ ਹੈ। ਇਸ ਵਿੱਚ ਪਰਮਾਤਮਾ ਤੋਂ ਵਿਛੜਨ ਤੇ ਫਿਰ ਮਿਲਣ ਦਾ ਰਹੱਸ ਪੈਦਾ ਕੀਤਾ ਹੈ। ਜੀਵਨ ਜਦੋਂ ਮਿਲਦਾ ਹੈ ਇਨਸਾਨ ਨੂੰ, ਠੀਕ ਹੈ, ਤਾਂ ਪਰਮਾਤਮਾ ਤੋਂ ਵਿਛੜ ਜਾਂਦਾ ਹੈ। ਜਦੋਂ ਇਹ ਰੂਹ ਇਸ ਸਰੀਰ ਨੂੰ ਛੱਡ ਦਿੰਦੀ ਹੈ ਤੇ ਫਿਰ ਜਾ ਕੇ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਉਸ ਤੋਂ ਬਾਅਦ ਫਿਰ ਉਹ ਆਪਣੇ ਇੱਕ ਨया ਰੂਪ ਧਾਰਨ ਕਰ ਲੈਂਦੀ ਹੈ। ਤਾਂ ਇਸ ਤਰ੍ਹਾਂ ਆਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਨਦੀ ਦਾ ਪਾਣੀ ਕਿੱਥੋਂ ਉਤਰਿਆ ਹੈ? ਨਦੀ ਦਾ ਪਾਣੀ ਪਹਾੜਾਂ ਤੋਂ ਉਤਰਿਆ ਹੈ। ਨਦੀ ਦੇ ਪਾਣੀ ਦੀ ਸਾਂਝ ਕਿਸ ਨਾਲ ਹੈ? ਸਾਕਾਦਾਰੀ ਕਿਸ ਨਾਲ ਹੈ? ਨਦੀ ਦੇ ਪਾਣੀ ਦੀ ਸਾਂਝ ਸਮੁੰਦਰ ਦੇ ਨਾਲ ਹੈ। ਕੌਣ ਹੁਕਮਾਂ ਵਿੱਚ ਬੱਝਾ ਹੋਇਆ ਹੈ? ਨਦੀ ਦਾ ਪਾਣੀ। ਕੌਣ ਆਪਣੇ ਰਸਤੇ ਉੱਤੇ ਤੁਰਦਾ ਹੋਇਆ ਨਦੀ ਦੀਆਂ ਲਹਿਰਾਂ ਵਿੱਚ ਲਲਕਾਰੇ ਮਾਰਦਾ ਹੈ? ਅਸਮਾਨੀ ਤਾਰਾ। ਪਾਣੀ ਸੂਰਜ ਦੀ ਗਰਮੀ ਨਾਲ ਕੀ ਬਣ ਕੇ ਅਸਮਾਨ ਉੱਤੇ ਜਾ ਚੜ੍ਹਦਾ ਹੈ? ਭਾਫ। ਕਿਉਂਕਿ ਜਦੋਂ ਬੱਚਿਓ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਉਸ ਗਰਮੀ ਦੇ ਨਾਲ ਜਿਹੜਾ ਪਾਣੀ ਹੈ ਸਮੁੰਦਰਾਂ ਦੇ ਵਿੱਚੋਂ, ਨਦੀਆਂ ਦੇ ਵਿੱਚੋਂ, ਤਲਾਬਾਂ ਦੇ ਵਿੱਚੋਂ ਕੀ ਹੁੰਦਾ ਹੈ? ਭਾਫ ਬਣ ਕੇ ਉੱਠ ਜਾਂਦਾ ਹੈ ਤੇ ਉੱਤੇ ਜਾ ਕੇ ਠੰਡਾ ਹੋ ਕੇ ਬੱਦਲ ਦੇ ਰੂਪ ਵਿੱਚ ਜਿਹੜਾ ਹੈ ਬਣ ਜਾਂਦਾ ਹੈ ਇਹ, ਤੇ ਫਿਰ ਪਹਾੜਾਂ ਨਾਲ ਟਕਰਾ ਕੇ ਜ਼ਮੀਨ ਤੇ ਵਰਦਾ ਹੈ। ਆਉਣ ਜਾਣ ਦੇ ਗੇੜ ਵਿੱਚ ਕੌਣ ਬੱਝਾ ਹੋਇਆ ਹੈ? ਮਨੁੱਖ। ਮਨੁੱਖੀ ਜੀਵਨ ਜਿਹੜਾ ਹੈ ਉਹ ਇੱਕ ਦਿਨ ਖਤਮ ਹੋ ਜਾਂਦਾ ਹੈ। ਅਸੀਂ ਕਹਿੰਦੇ ਹਾਂ ਕਿ ਰੂਹ ਫਿਰ ਪਰਮਾਤਮਾ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ, ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਤੇ ਫਿਰ ਆਪਣੇ ਕਰਮ ਅਨੁਸਾਰ ਇਹ ਜ਼ਮੀਨ ਤੇ ਆਪਣਾ ਜਿਹੜਾ ਹੈ ਚੱਕਰ ਪੂਰਾ ਕਰਨ ਆਉਂਦੀ ਹੈ। ਤਾਂ ਇਸੇ ਬੱਚਿਓ ਆਪਣੀ ਕਵਿਤਾ ਜਿਹੜੀ ਆਪਾਂ ਕੀਤੀ ਵਹਿੰਦਾ ਜਾਏ, ਜੋ ਕਿ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਹੁਣ ਆਪਾਂ ਕਰਾਂਗੇ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਵਿਸਾਖੀ ਦਾ ਮੇਲਾ। ਪੱਕ ਪਈਆਂ ਕਣਕਾਂ ਲੁਖਾਟ ਰਸਿਆ। ਕਹਿੰਦੇ ਕਿ ਵਿਸਾਖੀ ਆਉਣ 'ਤੇ ਕਣਕਾਂ ਪੱਕ ਗਈਆਂ ਹਨ ਅਤੇ ਲੋਖਾਟ ਨਾਂ ਦਾ ਫਲ ਜਿਹੜਾ ਹੈ ਰਸ ਗਿਆ ਹੈ, ਯਾਨੀ ਕਿ ਰਸ ਭਰਪੂਰ ਹੋ ਗਿਆ ਹੈ, ਪੱਕ ਗਿਆ ਹੈ। ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਅਤੇ ਜਿਹੜਾ ਅੰਬ ਹੈ ਉਸ ਨੂੰ ਬੂਰ ਪੈ ਗਿਆ ਹੈ, ਗੁਲਾਬ ਦੇ ਫੁੱਲ ਖਿੜ ਗਏ ਹਨ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਅਤੇ ਬਾਗਾਂ ਉੱਪਰ ਬਹਾਰ ਨੇ ਸੋਹਣਾ ਰੰਗ ਫੇਰਿਆ ਹੈ।
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ, ਤੇ ਬੇਰਾਂ ਦੇ ਭਾਰ ਨਾਲ ਟਹਿਣੀਆਂ ਲਫ ਗਈਆਂ ਹਨ। ਪੁੰਗਰੀਆਂ ਵੱਲਾਂ, ਵੱਲਾਂ ਮੀਨਸ ਹੁੰਦਾ ਹੈ ਵੇਲਾਂ, ਜਿਹੜੀਆਂ ਵੇਲਾਂ ਨੇ ਉਹ ਵੱਧ ਗਈਆਂ ਨੇ। ਵੇਲਾ ਰੁੱਖੀ ਚੜ੍ਹੀਆਂ, ਤੇ ਵੱਲਾ ਮੀਨਸ ਵੇਲਾ ਹੁੰਦਾ। ਇਹ ਵੇਲਾਂ ਜਦੋਂ ਪੁੰਗਰ ਜਾਂਦੀਆਂ ਨੇ ਤਾਂ ਫਿਰ ਇਹ ਵੇਲਾਂ ਦੇ ਰੂਪ ਦੇ ਵਿੱਚ ਵੱਡਾ, ਜਦੋਂ ਇਹ ਵੱਧ ਫੁੱਲ ਜਾਂਦੀਆਂ ਨੇ ਤਾਂ ਰੁੱਖਾਂ ਦੇ ਉੱਤੇ ਚੜ੍ਹ ਗਈਆਂ ਹਨ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਠੀਕ ਹੈ। ਤੇ ਫੁੱਲਾਂ ਹੇਠੋਂ ਫਲਾਂ ਨੇ ਲੜੀਆਂ ਪਰੋ ਲਈਆਂ ਹਨ, ਅਰਥਾਤ ਵੇਲਾਂ ਨੂੰ ਲੱਗੇ ਫਲ ਦਿਖਾਈ ਦੇਣ ਲੱਗ ਗਏ ਹਨ। ਸਾਈਂ ਦੀ ਨਿਗਾਹ ਜਗਤ ਤੇ ਸਵੱਲੀ, ਅਤੇ ਸਾਈਂ ਜਿਹੜਾ ਹੈ ਈਸ਼ਵਰ ਨੂੰ, ਪਰਮਾਤਮਾ ਨੂੰ ਕਿਹਾ ਗਿਆ ਹੈ। ਅਤੇ ਕਵੀ ਕਹਿੰਦੇ ਹਨ ਕਿ ਪਰਮਾਤਮਾ ਦੇ ਇਸ ਸੰਸਾਰ 'ਤੇ ਜਿਹੜੀ ਨਿਗਾਹ ਹੈ ਉਹ ਸਵੱਲੀ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਤੇ ਫਿਰ ਆਪਣੀ ਪ੍ਰੇਮਿਕਾ ਨੂੰ ਸੰਬੋਧਿਤ ਕਰਦੇ ਹੋਏ ਉਹ ਕਹਿੰਦਾ ਹੈ ਕਿ ਚੱਲ ਨੀ ਪ੍ਰੇਮੀਏ ਵਿਸਾਖੀ ਦੇ ਮੇਲੇ ਨੂੰ ਚੱਲਦੇ ਹਾਂ। ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ। ਇੱਥੇ ਕਵੀ ਹੁਣ ਜਿਹੜਾ ਹੈ ਉਹ ਮੇਲੇ ਦਾ ਸ਼ੌਕੀਨ ਜਿਹੜਾ ਨੌਜਵਾਨ ਹੈ ਉਸ ਬਾਰੇ ਕਹਿੰਦਾ ਹੈ ਕਿ ਉਹ ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ ਦੂਰੋਂ ਵਪਾਰੀ ਆਏ ਹਨ। ਸੋਹਣੇ ਸੋਹਣੇ ਕੁੰਜਾਂ ਤੇ ਫਿੱਤੇ ਲਿਆਏ ਹਨ, ਜੋ ਕਿ ਦੁਪੱਟਿਆਂ ਦੇ ਕਿਨਾਰੇ ਲਾਉਣ ਲਈ ਸੋਹਣੀਆਂ ਸੋਹਣੀਆਂ ਲੈਸਾਂ ਦੇ ਫਿੱਤੇ ਲਿਆਏ ਹਨ। ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ। ਤੇ ਉੱਥੇ ਗਜਰਿਆਂ ਤੇ ਵੰਗਾਂ ਦਾ ਕੋਈ ਵੀ ਅੰਤ ਨਹੀਂ, ਭਾਵ ਬਹੁਤ ਮਾਤਰਾ ਵਿੱਚ ਹਨ। ਮੇਲੇ ਵਿੱਚ ਝੂਠੇ ਗਹਿਣੇ ਯਾਨੀ ਕਿ ਆਰਟੀਫਿਸ਼ੀਅਲ ਜੁਐਲਰੀ, ਠੀਕ ਹੈ, ਉਸ ਦੀ ਤਾਂ ਮੰਡੀ ਲੱਗੀ ਹੋਈ ਹੈ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਤੇ ਮੇਲੇ ਦੇ ਵਿੱਚ ਹਲਵਾਈਆਂ ਨੇ ਹਜ਼ਾਰਾਂ ਹੱਟੀਆਂ ਲਾਈਆਂ ਹੋਈਆਂ ਹਨ। ਹੱਟੀ ਮੀਨਸ ਸ਼ੌਪਸ, ਠੀਕ ਹੈ, ਲਗਾਈਆਂ ਹੋਈਆਂ ਨੇ। ਸੈਂਕੜੇ ਸੁਗਾਤਾਂ ਨਾਲ ਹੋਰ ਆਈਆਂ ਨੇ, ਤੇ ਮੇਲੇ ਵਿੱਚ ਹੋਰ ਸੈਂਕੜੇ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਹੋਈਆਂ ਹਨ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹਰ ਇੱਕ ਹੱਟੀ ਉੱਤੇ ਭਿੰਨ ਭਿੰਨ ਚੀਜ਼ਾਂ ਦੇ ਸ਼ੌਕੀਨਾਂ ਦੀਆਂ ਭੀੜਾਂ ਖੜੀਆਂ ਹਨ। ਚੱਲ ਸੱਜਣੀ ਅਸੀਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲੈਂਦੇ ਹਾਂ। ਥਾਈਂ ਥਾਈਂ ਖੇਡਾਂ ਤੇ ਭੰਗੂੜੇ ਆਏ ਨੇ, ਤੇ ਮੇਲੇ ਦਾ ਸ਼ੌਕੀਨ ਨੌਜਵਾਨ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਮੇਲੇ ਵਿੱਚ ਥਾਂ ਥਾਂ ਭੰਗੂੜੇ ਲੱਗੇ ਹੋਏ ਹਨ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਅਤੇ ਕਈ ਪ੍ਰਕਾਰ ਦੀਆਂ ਖੇਡਾਂ ਵੀ ਖੇਡੀਆਂ ਜਾ ਰਹੀਆਂ ਹਨ। ਥਾਂ ਥਾਂ ਜੋਗੀਆਂ ਤੇ ਨੇ ਸੱਪਾਂ ਦੇ ਅਤੇ ਮਦਾਰੀਆਂ ਨੇ ਬਾਂਦਰਾਂ ਤੇ ਰਿੱਛਾਂ ਦੇ ਤਮਾਸ਼ੇ ਲਾਏ ਹੋਏ ਹਨ। ਵੰਜਲੀ ਲੰਗੋਜਾ ਕਾਟੋ ਤੁੰਬਾ ਵੱਜਦਾ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ। ਮੇਲੇ ਵਿੱਚ ਕਿਸੇ ਪਾਸੇ ਵੰਜਲੀਆਂ, ਲੰਗੋਜੇ, ਕਾਂਟੋ ਤੇ ਟੁੰਬੇ ਵੱਜ ਰਹੇ ਹਨ, ਅਤੇ ਕਿਸੇ ਪਾਸੇ ਛਿੰਝ ਵਿੱਚ ਸੂਰਮੇ ਪਹਿਲਵਾਨ ਗੱਜ ਰਹੇ ਹਨ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ। ਮੇਲੇ ਵਿੱਚ ਬਹੁਤ ਹੀ ਰੌਲਾ ਪੈ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਥੇ ਸਾਰੇ ਸੰਸਾਰ ਦਾ ਰੌਲਾ ਇਕੱਠਾ ਹੋ ਕੇ ਆ ਗਿਆ ਹੋਵੇ। ਮੇਲੇ ਵਿੱਚ ਸੰਘਣੀ ਭੀੜ ਹੈ, ਲੋਕਾਂ ਦਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਕਹਿ ਰਿਹਾ ਹੈ। ਮੇਲੇ ਦਾ ਪਸਾਰ ਜਿਹੜਾ ਹੈਗਾ ਕੋਹਾਂ ਦੇ ਵਿੱਚ ਹੈ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ, ਯਾਨੀ ਕਿ ਕੋਹਾਂ ਦੇ ਵਿੱਚ ਹੀ ਮੇਲੇ ਦਾ ਪਸਾਰ ਹੈ, ਕਿਉਂਕਿ ਉੱਥੇ ਬਹੁਤ ਸਾਰੀਆਂ ਹੱਟੀਆਂ ਹਨ ਹਲਵਾਈਆਂ ਦੀਆਂ। ਵਣਜਾਰੇ ਜਿਹੜੇ ਹੈਗੇ ਹੈ ਉਹ ਆਪਣਾ ਜਿਹੜਾ ਹੈ ਕਰਤੱਵ ਦਿਖਾ ਰਹੇ ਨੇ, ਜੋ ਕਿ ਆਪਣਾ ਕਰਤੱਵ ਦਿਖਾ ਰਹੇ ਨੇ, ਹੈ ਨਾ। ਪਹਿਲਵਾਨਾਂ ਨੇ ਅਖਾੜਾ ਲਾਇਆ ਹੋਇਆ ਹੈ, ਅਤੇ ਝੂਲੇ ਵੀ ਲੱਗੇ ਹੋਏ ਨੇ, ਤੇ ਇਹ ਮੇਲਾ ਜਿਹੜਾ ਕੋਹਾਂ ਦੀ ਜ਼ਮੀਨ 'ਤੇ ਲੱਗਿਆ ਹੋਇਆ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਚੱਲ ਸੱਜਣੀ ਅਜੇ ਰੌਣਕਾਂ ਭਰੇ ਮੇਲੇ ਦਾ ਆਨੰਦ ਲੈਣ ਲਈ ਜਾਂਦੇ ਹਾਂ। ਤਾਂ ਬੱਚੋ ਇੱਕ ਵਾਰ ਰਿਪੀਟ ਕਰ ਲੈਂਦੇ ਹਾਂ ਆਪਾਂ ਇਸ ਕਵਿਤਾ ਦੇ ਵਿੱਚ ਆਏ ਮੇਨ ਪ੍ਰਸ਼ਨਾਂ ਨੂੰ। ਤਾਂ ਪਹਿਲਾ ਪ੍ਰਸ਼ਨ ਹੋ ਸਕਦਾ ਹੈ ਵਿਸਾਖੀ ਦਾ ਮੇਲਾ ਕਿਸ ਕਵੀ ਦੀ ਰਚਨਾ ਹੈ, ਤਾਂ ਇਹਦਾ ਉੱਤਰ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਅੱਜ ਆਪਾਂ ਕਰ ਰਹੇ ਹਾਂ ਧਨੀ ਰਾਮ ਚਾਤ੍ਰਿਕ। ਇਹ ਜਿਹੜਾ ਵਿਸਾਖੀ ਦਾ ਮੇਲਾ ਕਵਿਤਾ ਹੈ ਇਹ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਵਿਸਾਖੀ ਦੇ ਮੇਲੇ ਵਿੱਚ ਕਿਹੜੀ ਫਸਲ ਪੱਕ ਗਈ ਹੈ? ਕਣਕ ਦੀ ਫਸਲ ਪੱਕ ਗਈ ਹੈ। ਵਿਸਾਖੀ ਦੇ
मेले सभी की रस गया है, लुकाट जिहड़ा है वो रस गया है। विसाखी के मेले समय बोर किसनों पिया है, अंबा नूं। विसाखी के मेले समय किहड़ा फुੱਲ हसिया है, गुलाब का। विसाखी के मेले समय बेरियां क्यों लिफ गईयां हन, फलां अर्थात बेरां दे भार नाल। विसाखी का मेला कविता किसनूं संबोधित है, प्रेमिका नूं। मेले विच कौन दुकानां लाई बैठे हन, वणजारे ते हलवाई। वेलां काहदे उत्ते चढ़ियां हन, रुखां उत्ते। जग उत्ते किस दी निगाह सवली है, रब दी जां साई दी। वणजारे कित्थों आए हन, दूरों दूरों। कुंजां फीते वंगां गजरे झूठे गहने कौन बेच रहे हैं, वणजारे। मेले विच किस चीज़ की मंडी लगी हुई है, झूठे गहनियां दी। शौकीआं दी भीड़ कित्थे खड़ी हुई है, हट्टी हट्टी। तमाशा किन्हां ने लाया होया है, जोगियां ते मदारियां ने। छिंज विच कौन गज रहे ने, पहलवान। मेला कित्थों तक फैलिया होया है, कोहां तक। विसाखी का मेला कविता विच मेले का दृश्य क्यों जिहा पेश किया गया है, यथार्थक। यथार्थक मीनस हुंदा है असलीयत दे विच जिहड़ा रियलिटी हुंदी है, बिल्कुल उसी तरह पेश किया गया है। कट्ठा होके आया रोले सारे जग दा। उपरोक्त काव्य सतर किस कविता विचों ली गई है, तो विसाखी का मेला। तो इसके कवि कौन हैं, धनी राम चातक। विसाखी का मेला कविता विच कवि ने किहड़े महीने के मेले की गल की है, विसाख की। ठीक है बच्चों, तो मैं उम्मीद करती हाँ कि अपनी रिकैप्चुलेशन हो गई है, पुनरावृत्ति हो गई है। असी ये पूरी कविता दोबारा फिर तो डिस्कस कर ली है। हम चाहते हैं अगली कविता जीवन जोत वाल। जगत विच जी के जिउंदा रहन दे समान पैदा कर, जो मर के भी अमर हो जाए ऐसी जान पैदा कर। हुण जिहड़ा एक काव्य टोटा है, तुहानूं पता ही है कि धनी राम चातक की कविता जीवन जोत के विचों लिया गया है, जो कि तुहाडी पुस्तक ਸਾਹਿਤ माला दे विच दर्ज है। इस कविता विच कवि मनुख नूं संबोधन करता होया उसनूं उसके अंदर मौजूद परमात्मा की अथाह शक्ति बारे सूचित करदिया उसनूं अपनी होंद नूं, अपनी एग्जिस्टेंस जिहड़ी है उसनूं एक नवें अंदाज विच उभारन लई हल्लाशेरी दिंदा है। किवें हल्लाशेरी दिंदा है, वो कहंदा कि जगत विच जी के जिउंदा रहन दे सामान पैदा कर। कहंदे कि तू इस संसार विच सदा लई जिउण रहन दा समान पैदा कर, जो मर के भी अमर हो जाए ऐसी जान पैदा कर। तैनूं अपने विच अजिही ताकत पैदा करनी चाहिए है जिस नाल तू मर के भी अमर हो जावें, भाव के मरण पिछों भी इस दुनिया नूं तेरी याद रहे, तेरी देन जिहड़ी है इस दुनिया नूं उसकी याद रहे। तू परमात्मा रूप समुंदर तो निखड़ के भी समंदर दा कतरा है, तो कतरा है समंदर दा, उछाला मार के इस विच कोई तूफान पैदा कर। कहंदे तू परमात्मा रूपी समुंदर तो निखड़ के भी समुंदर दा कतरा है, तैनूं इस जीवन रूपी कतरे विच उछाला मार के कोई तूफान पैदा करना चाहिए। मतलब कि कोई यह जिहा काम कर के जीवन दे विच इस दुनिया दे विच तो मरण तो बाद भी जिहड़ा है तैनूं लोग याद करन। तू जीवन है जहाना दा, ना बहु बेजान बुत बन के, जो नक्शा पलटते दुनिया दा ओ कमसान पैदा कर। कवि कहता कि हे मनुख तू संसार दा जीवन है, तैनूं बेजान बुत बन के नहीं बैठना चाहिए। तैनूं ओ कमसान पैदा करना चाहिए है जो दुनिया दा नक्शा बदल दवे। कमसान मतलब हुंदा है हलचल, यह जिहा काम कर कि दुनिया दे विच हलचल पैदा हो जाए। ठीक है, तेरा इस तंग धरती ते गुजारा है बड़ा मुश्किल, सितारा बन के चमकन वास्ते आसमान पैदा कर। फिर कवि कहता है कि हे मनुख तू संसार का जीवन है, तेनों बेजान बुत बन के नहीं बहना चाहिए, तेनों कमसान पैदा करना चाहिए जो दुनिया का नक्शा बदल दवे। तेरे विच इन्नी शक्ति है कि इस तंग धरती उत्ते तेरा गुजारा
बड़ा मुश्किल है। तू सितारा बन के चमकण ਲਈ ਨਵੇਂ ਅਸਮਾਨ ਪੈਦਾ ਕਰ ਤੇ ਇਸ ਤਰ੍ਹਾਂ ਨਿਵੇਕਲੇ ਰੂਪ ਵਿੱਚ ਵਿਚਰ। ਨਾ ਬਣਿਆ ਬੇਹਕੀਕਤ ਰਹਿ, हकीकत आशना हो जा। ठीक है, बेहकीकत मतलब हो गया असलीयत तो बिना, यानी कि तुहाडी अनहोंद होनी। कहते तू तेरी अनहोंद जिहड़ी है वो नहीं होनी चाहिए। ठीक है, तेनों अनहोंद जिहा बन के नहीं रहना चाहिए कि पता ही ना लगे कि कोई इस दुनिया विच आया सी ते कुछ करके गया सी। हकीकत आशना हो जा, सगों अपने आप की असलीयत जाहिर करन वाला बनना चाहिए है। वो सूखम फिर वो जिहड़ा आत्मा है उसनूं संबोधित करते हुए कहंदा कि तू बहुत सूखम है, अपने फैलण लई मैदान पैदा कर। ते कहंदा है कि तेरी हस्ती जिहड़ी सूखम है पर तैनूं अपने फैलण लई खुला मैदान पैदा करना चाहिए है। शमा बन के पखा महफिल जगा दे जोत दुनिया ते, कली दी जून छड्ड ते खिड़के चमनिस्तान पैदा कर। चमनिस्तान का मतलब हुंदा है बगीचा। कहते तेन क्षमा बन के महफिल पखानी चाहिए है, दुनिया विच रोशनी की जोत जगानी चाहिए है। तड़प है तेरे अंदर वो मचा देवे क़यामत जो, कोई करतब विखावन नो नवा चौगान पैदा कर। तो कहते तेन इकली इकली की चोन छड़ देनी चाहिए है, तो खिड़के बाग जिहड़ा है पैदा करना चाहिए है। इस तो बाद कवि कहते हैं कि तेरे अंदर वो तड़फ है जो दुनिया विच क़यामत पैदा कर सकती है। तैनूं अपने करतब विखाउण लई नवा मैदान जिहड़ा है वो पैदा करना चाहिए है। ना सिप्पी वांग एक बूंद की खातर तड़पदा रह। कहंदे कि तैनूं सिप्पी वांग एक एक बूंद लई तड़पते नहीं रहना चाहिए, क्योंकि सिप्पी जिहड़ी हुंदी है कहंदे कि आसमान तो वरदा होया पानी दी जे एक बूंद उहदे च पै जांदी है तां ओह सच्चा मोती बन जाती है। ठीक है, तो कहंदे तू उस सिप्पी वांग पानी दे लई तड़पना नहीं है। ठीक है, तू दिल दरिया दे अंदर मोतियां दी खान पैदा कर। ते कहंदे सगों तैनूं दिल दरिया विच मोतियां दी खान पैदा कर लैनी चाहिए है। तेरी ही कर्म फल के किस्मतां दा बाग लाउणगे। कहते तू ऐसे कर्म कर कि जिन्हों का तेनों ऐसा फल मिले कि तेरी किस्मत जिहड़ी है वो खिड़ उठे, यानी कि किस्मतां दे बाग जिहड़े हैं वो लग जान। तू जिगरे नाल ताकत अपनी दा ज्ञान पैदा कर। तो कहते तू अपनी ताकत दा ज्ञान पैदा करना चाहिए एक हौसले दे नाल। तेरी बंसी दे अंदर आप मोहन फूंक भरदा है, यानी कि सानू जिहड़ा है चलाएमान कौन करता है इस दुनिया दे विच? परमात्मा। गुंजा दे ज़मीन ते आसमान ऐसी ताक पैदा कर। तैनूं अपने अंदर अजिही तान पैदा करनी चाहिए है जो ज़मीन अते आसमान नूं गुंजा देवे। तेरे विच अथाह शक्ति है। जिन्हां ने जोड़ के तिनके जहान आबाद किते सन, जे हिम्मत है तां ऐसे सूर में बलवान पैदा कर। ते फिर वो कवि कहता है कि हे मनुख, जे तू तैनूं पता है कि तेरे विच अथाह हिम्मत है तां तैनूं अपने विचों उन्हां बलवान सूरमिਆਂ ਦੀ शक्ति पैदा करनी चाहिए है जिन्हां ने निक्के निक्के तिनके जोड़ के महान दुनिया बसाई है। यानी कि कविता का अंतिम भाव की होया कि मनुख विच अथाह रब्बी शक्ति है, कि परमात्मा वालों मनुख नूं बहुत शक्ति मिली हुई है। उसनों हमेशा अपने आप का विकास करन, आपे की पछाण करन, आपे नूं विशाल अते बलवान बनाउण अते आले दुआले नूं बदल के रख देण लई यतनशील रहना चाहिए है। तो इस कविता नूं दोबारा एक बार रिपीट कर लेने क्वेश्चन आंसरस की फॉर्म दे विच। धनीराम चातक दी कोई कविता का नाम लिखो जिहड़ी कि तुहाडे सिलेबस दे विच तां आपां उन्हें जीवन जोत किया है, तो तुसीं इसका नाम लिख सकते हो। जीवन जोत कविता किसनूं संबोधित है? ये मनुख नूं संबोधित की गई हुई कविता है। मनुख नूं की बन के नहीं बैठना चाहिए, बेजान बुत। ठीक है, कि असीं इत्थे कोई कर्म ही नहीं किया, साडी अपनी कोई पहचान ही नहीं बनाई। जीवन जोत कविता विच कवि मनुख नूं दुनिया का नक्शा पलटन लई की पैदा करन लई कहंदा है?
ਇੱਕ ਘਮਸਾਨ, ਇੱਕ ਹਲਚਲ ਪੈਦਾ ਕਰਨ ਲਈ ਕਹਿੰਦਾ ਹੈ। ਮਨੁੱਖ ਨੂੰ ਕੀ ਬਣ ਕੇ ਮਹਿਫਲ ਪਖਾਉਣੀ ਚਾਹੀਦੀ ਹੈ? ਸ਼ਮਾ ਬਣ ਕੇ, ਕਿ ਸ਼ਮਾ ਦੇ ਰੂਪ ਵਿੱਚ, ਦੀਵੇ ਦੇ ਰੂਪ ਵਿੱਚ, ਇੱਕ ਦੀਵਾ ਯਾਨੀ ਕਿ ਗਿਆਨ ਰੂਪੀ ਜਿਹੜਾ ਪ੍ਰਕਾਸ਼ ਆ ਉਹ ਫੈਲਾਉਣਾ ਚਾਹੀਦਾ ਹੈ। ਮਨੁੱਖ ਦੇ ਅੰਦਰ ਕੀ ਚੀਜ਼ ਹੈ ਜੋ ਕਿਆਮਤ ਪੈਦਾ ਕਰ ਸਕਦੀ ਹੈ? ਮਨੁੱਖ ਦੇ ਅੰਦਰ ਤੜਪ ਹੈ। ਜੀਵਨ ਜੋਤ ਕਵਿਤਾ ਵਿੱਚ ਕਵੀ ਮਨੁੱਖ ਨੂੰ ਦਿਲ ਦਰਿਆ ਵਿੱਚ ਕਿਸ ਚੀਜ਼ ਦੀ ਖਾਣ ਪੈਦਾ ਕਰਨ ਲਈ ਕਹਿੰਦਾ ਹੈ? ਮੋਤੀਆਂ ਦੀ ਖਾਣ। ਮੋਤੀ ਕਿਹੜੇ ਹੋ ਗਏ? ਗੁਣਾਂ ਦੇ ਮੋਤੀ। ਮਨੁੱਖ ਦੀ ਜੀਵਨ ਰੂਪੀ ਬੰਸਰੀ ਵਿੱਚ ਕੌਣ ਫੂਕ ਭਰਦਾ ਹੈ? ਪਰਮਾਤਮਾ ਜੀਵਨ ਰੂਪੀ ਬੰਸਰੀ ਵਿੱਚ ਆਪ ਫੂਕ ਭਰਦਾ ਹੈ। ਜੀਵਨ ਜੋਤ ਕਵਿਤਾ ਵਿੱਚ ਮੋਹਨ ਸ਼ਬਦ ਕਿਸ ਲਈ ਆਇਆ ਹੈ? ਸ਼੍ਰੀ ਕ੍ਰਿਸ਼ਨ ਦੇ ਲਈ ਜਾਂ ਫਿਰ ਪਰਮਾਤਮਾ ਦੇ ਲਈ? ਜੀਵਨ ਜੋਤ ਕਵਿਤਾ ਵਿੱਚ ਕਵੀ ਮਨੁੱਖ ਨੂੰ ਕਿਹੋ ਜਿਹਾ ਬਣਨ ਦੀ ਪ੍ਰੇਰਨਾ ਦਿੰਦਾ ਹੈ? ਜੀਵਨ ਜੋਤ ਕਵਿਤਾ ਵਿੱਚ ਕਵੀ ਯੁੱਗ ਪਲਟਾਉਣ ਦੀ ਜਿਹੜੀ ਹੈ ਪ੍ਰੇਰਨਾ ਦਿੰਦਾ ਹੈ। ਉਹ ਕਿਹੜੀ ਸ਼ਕਤੀ ਹੈ ਜਿਸ ਨੇ ਨਿੱਕੇ ਨਿੱਕੇ ਤਿਨਕੇ ਜੋੜ ਕੇ ਦੁਨੀਆ ਵਸਾਈ ਹੈ? ਹਿੰਮਤ। ਕਿਉਂਕਿ ਜੇਕਰ ਬੱਚੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਪੂਰੀ ਕਾਇਨਾਤ ਜਿਹੜੀ ਹੈ ਉਸਨੂੰ ਚੇਂਜ ਕਰ ਸਕਦੇ ਹੋ, ਆਪਣੇ ਅਕੋਰਡਿੰਗ ਜਿਹੜਾ ਹੈ ਉਸਨੂੰ ਚਲਾ ਸਕਦੇ ਹੋ। ਕਿਉਂਕਿ ਇਹ ਤੁਹਾਡੀ ਇੱਕ ਵਿਲ ਪਾਵਰ ਹੁੰਦੀ ਹੈ, ਇੱਕ ਤੁਹਾਡੀ ਇੱਛਾ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਨੂੰ ਆਸਾਨ ਕਰ ਸਕਦੇ ਹੋ, ਇੱਕ ਪੋਜ਼ੀਟਿਵ ਐਟੀਟਿਊਡ ਦੇ ਨਾਲ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਵਿਤਾਵਾਂ ਜਿਹੜੀਆਂ ਸਮਝ ਆ ਗਈਆਂ ਹੋਣਗੀਆਂ ਅਤੇ ਤੁਸੀਂ ਵੀਡੀਓ ਵੀ ਜਿਹੜਾ ਐਂਡ ਤੱਕ ਦੇਖਿਆ ਹੋਏਗਾ। ਜਿਹੜੇ ਬੱਚੇ ਪਹਿਲੀ ਵਾਰ ਮੇਰੇ ਚੈਨਲ 'ਤੇ ਇਸ ਵੀਡੀਓ ਨੂੰ ਦੇਖ ਰਹੇ ਹਨ ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਲਾਈਕ ਕਰਨਾ ਨਾ ਭੁੱਲਣ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਟਿਲ ਦੈਨ ਗੁੱਡ ਬਾਏ, ਹੈਵ ਅ ਨਾਈਸ ਟਾਈਮ।